ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਕੈਨੇਡਾ ਕਿੱਦਾਂ ਆਇਆ ਜਾ ਸਕਦਾ। ਮੇਰਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਇਹ ਜਿਹੜੀ ਵਾਕ-ਇਨ ਵੀਡੀਓ ਆ ਇਹ ਵੈਨਕੂਵਰ ਦੇ ਵਿੱਚ ਬਣਾਈ ਆ ਅਤੇ ਮੈਂ ਖੁਦ ਕੈਨੇਡਾ ਦੇ ਵਿੱਚ ਟਰੱਕ ਡਰਾਈਵਰ ਦੇ ਵਰਕ ਪਰਮਿਟ 'ਤੇ ਸਾਊਦੀ ਅਰਬ ਤੋਂ ਆਇਆ ਸੀ ਅਤੇ 2016 ਦੇ ਵਿੱਚ, ਅਤੇ ਮੈਨੂੰ ਇਸ ਕੰਮ ਦੇ ਲਈ ਪੂਰੇ 6 ਸਾਲ ਲੱਗ ਗਏ ਸੀ ਪੂਰੇ ਪ੍ਰੋਸੈਸ ਦੇ ਲਈ। ਅਤੇ ਮੇਰੀ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੈਟਾਗਰੀ ਦੀ, ਕਿਹੜੀ ਕੈਟਾਗਰੀ ਦੇ ਵਿੱਚ ਕੈਨੇਡਾ ਆਇਆ ਜਾ ਸਕਦਾ। ਟਰੱਕ ਡਰਾਈਵਰ ਦੀ ਕਾਫੀ ਡਿਮਾਂਡ ਰਹਿੰਦੀ ਆ ਇੱਥੇ, ਅਤੇ ਬਹੁਤ ਸਾਰੇ ਲੋਕ ਪੂਰੀ ਦੁਨੀਆ ਤੋਂ ਤਕਰੀਬਨ ਆਉਂਦੇ, ਜ਼ਿਆਦਾਤਰ ਪੰਜਾਬੀ ਹੀ ਆਉਂਦੇ ਆ। ਅਤੇ ਉਸ ਤੋਂ ਇਲਾਵਾ ਹੋਰ ਕੈਟਾਗਰੀਆਂ ਹੈਗੀਆਂ ਜਿੱਦਾਂ ਕਿ ਵੈਲਡਰ ਆ, ਕਾਰਪੈਂਟਰ ਹੈਗੇ ਆ, ਕੁੱਕ, ਅਤੇ ਐਗਰੀਕਲਚਰ ਦੇ ਵਿੱਚ ਵੀ ਆਇਆ ਜਾ ਸਕਦਾ ਹੈਗਾ। ਅਤੇ ਸਭ ਤੋਂ ਜ਼ਿਆਦਾ ਤਾਂ ਵੈਸੇ ਟਰੱਕ ਡਰਾਈਵਰ ਹੀ ਆਉਂਦੇ ਆ। ਅਤੇ ਬਹੁਤ ਸਾਰੇ ਅਰਬ ਕੰਟਰੀ ਦੇ ਵਿੱਚ ਜਿੱਦਾਂ ਆਪਣੇ ਵੀਰ ਰਹਿੰਦੇ ਹੈਗੇ ਆ ਅਤੇ ਉਹ ਆਉਣਾ ਚਾਹੁੰਦੇ ਹੈਗੇ ਆ, ਅਤੇ ਕੀ ਪ੍ਰੋਸੈਸ ਹੈਗਾ ਉਹਨਾਂ ਦੇ ਲਈ। ਅਤੇ ਯੂਰਪ ਤੋਂ ਵੀ ਕਾਫੀ ਆਉਂਦੇ ਇੱਥੇ, ਪਰ ਜਿਹੜਾ ਪ੍ਰੋਸੀਜਰ ਹੈਗਾ ਇੱਥੇ ਆਉਣ ਲਈ ਉਹ ਸਾਰਿਆਂ ਲਈ ਸੇਮ ਹੀ ਆ। ਜੇ ਯੂਰਪ ਵਾਲਿਆਂ ਕੋਲ ਵੀ ਇੰਡੀਅਨ ਪਾਸਪੋਰਟ ਹੀ ਆ ਅਤੇ ਉਹ ਪ੍ਰੋਸੈਸ ਚਾਹੇ ਅਰਬ ਕੰਟਰੀ ਤੋਂ ਆ ਜਾਓ ਚਾਹੇ ਇੰਡੀਆ ਤੋਂ ਆ ਜਾਓ, ਉਹ ਸੇਮ ਪ੍ਰੋਸੈਸ ਦੇ ਵਿੱਚੋਂ ਹੀ ਲੰਘਣਾ ਪੈਂਦਾ ਸਾਨੂੰ। ਅਤੇ ਉਹ ਵੱਖਰੀ ਗੱਲ ਆ ਕਿ ਜੇ ਯੂਰਪ ਵਾਲਿਆਂ ਦੇ ਕੋਲ ਯੂਰਪੀਅਨ ਪਾਸਪੋਰਟ ਹੈਗਾ ਅਤੇ ਉਹ ਇੱਥੇ ਬਿਨਾਂ ਵੀਜ਼ੇ ਤੋਂ ਆ ਸਕਦੇ ਆ, ਅਤੇ ਇੱਥੇ ਆਉਣ ਤੋਂ ਬਾਅਦ ਉਹਨਾਂ ਦਾ ਜਿਹੜਾ ਵਰਕ ਪਰਮਿਟ ਉਹ ਆਪਣਾ ਕਨਵਰਟ ਕਰਵਾ ਲੈਂਦੇ ਆ। ਠੀਕ ਆ ਜੀ। ਅਤੇ ਬਾਕੀ ਪ੍ਰੋਸੈਸ ਜਿਹੜਾ ਹੈਗਾ ਆ ਉਹ ਸਾਰਾ ਸੇਮ ਹੀ ਆ। ਅਤੇ ਇੱਕ ਹੋਰ ਗੱਲ ਆ ਕਿ ਇੰਡੀਆ ਦਾ ਵੀ ਜੇ ਸਾਡੇ ਕੋਲ ਐਕਸਪੀਰੀਅੰਸ ਹੈਗਾ ਤਾਂ ਇੰਡੀਆ ਦੇ ਐਕਸਪੀਰੀਅੰਸ 'ਤੇ ਵੀ ਅਸੀਂ ਆ ਸਕਦੇ ਹਾਂ। ਅਤੇ ਇਹ ਨਹੀਂ ਕਿ ਜ਼ਰੂਰੀ ਕਿਤੇ ਅਰਬ ਕੰਟਰੀ ਹੀ ਜਾਂ ਸਾਨੂੰ ਕਿਤੇ ਜਾਣਾ ਪਊਗਾ ਟਰੱਕਿੰਗ ਦਾ ਐਕਸਪੀਰੀਅੰਸ ਲੈਣ ਲਈ। ਅਤੇ ਇੱਕ ਹੋਰ ਗੱਲ ਹੈਗੀ ਆ ਕਿ ਆਈਲੈਟਸ ਬਹੁਤ ਜ਼ਰੂਰੀ ਆ। ਕਈ ਜਿੱਦਾਂ ਏਜੰਟਸ ਹੈਗੇ ਆ ਉਹ ਕਹਿੰਦੇ ਆ ਜੀ ਤੁਹਾਡਾ ਨਹੀਂ, ਆਪਾਂ ਵੀਜ਼ਾ ਲਗਵਾ ਦਾਂਗੇ ਬਿਨਾਂ ਆਈਲੈਟਸ ਤੋਂ। ਠੀਕ ਆ ਜੀ, ਬਿਨਾਂ ਆਈਲੈਟਸ ਤੋਂ ਇੱਥੇ ਨਹੀਂ ਆ ਹੁੰਦਾ। ਠੀਕ ਆ ਜੀ, ਆਈਲੈਟਸ ਜ਼ਰੂਰੀ ਆ। ਟਰੱਕ ਡਰਾਈਵਰ ਲਈ 5 ਬੈਂਡ ਚਾਹੀਦੇ ਆ। ਬਾਕੀ ਡਿਫਰੈਂਟ ਕੈਟਾਗਰੀਆਂ ਦੇ ਵਿੱਚ ਡਿਫਰੈਂਟ ਸਕੋਰ ਹੈਗੇ ਆ। ਅਤੇ ਜਿੱਦਾਂ ਕੁੱਕ ਹੈਗਾ ਆ, ਕੁੱਕ ਨੇ ਆਉਣਾ ਹੋਵੇ ਉਹਦੇ ਲਈ ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਹੈਗੀ ਵਰਕ ਪਰਮਿਟ ਵਾਸਤੇ। ਇੱਥੇ ਜਦੋਂ ਆ ਜਾਂਦਾ ਹੈਗਾ ਕੁੱਕ, ਆਉਣ ਤੋਂ ਬਾਅਦ ਜਦੋਂ PR ਦੀ ਫਾਈਲ ਲਾਉਣੀ ਹੁੰਦੀ ਆ ਉਸ ਟਾਈਮ 'ਤੇ ਉਹਨੂੰ ਆਈਲੈਟਸ ਦੀ ਜ਼ਰੂਰਤ ਹੁੰਦੀ ਆ, ਪਰ ਵਰਕ ਪਰਮਿਟ 'ਤੇ ਆਉਣ ਲਈ ਕੋਈ ਆਈਲੈਟਸ ਦੀ ਜ਼ਰੂਰਤ ਨਹੀਂ ਹੈਗੀ ਕੁੱਕ ਨੂੰ। ਅਤੇ ਹੋਰ ਆਪਣੇ ਵਰਕ ਪਰਮਿਟ ਜਿਹੜਾ ਟਰੱਕ ਡਰਾਈਵਰ ਦਾ ਹੈਗਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਇੱਕ ਆਈਲੈਟਸ ਚਾਹੀਦੀ ਆ, 5 ਬੈਂਡ ਚਾਹੀਦੇ ਆ ਜੀ, 12 ਕਲਾਸਾਂ ਪੜ੍ਹੀਆਂ ਹੋਣਾ ਚਾਹੀਦਾ ਬੰਦਾ, ਅਤੇ ਐਕਸਪੀਰੀਅੰਸ 2 ਤੋਂ 3 ਸਾਲ ਦਾ ਹੋਵੇ। ਬਾਕੀ ਪਲੱਸ ਜਿੰਨਾ ਹੋਵੇ ਉਹ ਤਾਂ ਪਲੱਸ ਪੁਆਇੰਟ ਹੀ ਆਪਣਾ। ਜਦੋਂ ਇਹ ਸਾਡੇ ਕੋਲ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਹੋ ਜਾਂਦੀਆਂ ਹੈਗੀਆਂ, ਉਸ ਤੋਂ ਬਾਅਦ ਸਾਨੂੰ ਲੋੜ ਪੈਂਦੀ ਆ LMIA ਦੀ। ਅਤੇ LMIA ਦੀ ਫੁੱਲ ਫੋਰਮ ਜਿੱਦਾਂ ਹੈਗੀ ਆ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਉਹ ਸਾਨੂੰ ਇੱਥੋਂ ਕਿਸੇ ਇੰਪਲੋਇਰ ਤੋਂ ਲੱਭਣੀ ਪੈਂਦੀ ਆ। ਠੀਕ ਆ ਜੀ, ਉਹ ਗੌਰਮੈਂਟ ਵੱਲੋਂ ਪਰਮਿਸ਼ਨ ਹੁੰਦੀ ਹੈ ਕਿ ਤੁਸੀਂ ਆਊਟ ਆਫ ਕੈਨੇਡਾ ਤੋਂ ਵਰਕ ਪਰਮਿਟ 'ਤੇ ਹਾਇਰ ਕਰ ਸਕਦੇ ਹੋ ਕਿਤੇ ਵੀ ਪੂਰੀ ਦੁਨੀਆ ਦੇ ਵਿੱਚੋਂ। ਠੀਕ ਆ ਜੀ, ਅਤੇ ਹਰੇਕ ਕੰਟਰੀ ਤੋਂ ਬੰਦਾ ਇੱਥੇ ਆ ਸਕਦਾ ਹੈਗਾ। ਅਤੇ ਉਸ ਤੋਂ ਬਾਅਦ ਜੋਬ ਜਿਹੜੀ ਸਰਚ ਕਰਨੀ ਆ ਅਸੀਂ, ਉਹ ਤਾਂ ਜੇ ਆਪਣਾ ਕੋਈ ਇੱਥੇ ਰਿਲੇਟਿਵ ਹੋਵੇ, ਕੋਈ ਫਰੈਂਡ ਹੋਵੇ, ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਮੇਰੇ ਲਈ ਟਰਾਈ ਕਰਦੇ। ਠੀਕ ਆ ਕਿ ਆਹ ਮੇਰੀ ਜੋ ਰਿਕੁਆਇਰਮੈਂਟ ਆ ਉਹ ਮੇਰੀ ਪੂਰੀ ਹੈਗੀ ਆ ਅਤੇ ਮੈਨੂੰ LMIA ਦੀ ਲੋੜ ਹੈਗੀ ਆ। ਜੇ ਇੱਦਾਂ ਨਹੀਂ ਗੱਲ ਬਣਦੀ ਤਾਂ ਫਿਰ ਇੱਕ ਹੋਰ ਆਈਡੀਆ ਹੈਗਾ, ਆਪਾਂ ਗੂਗਲ 'ਤੇ ਸਰਚ ਕਰ ਸਕਦੇ ਹਾਂ। ਗੂਗਲ 'ਤੇ ਜਿੱਦਾਂ ਆਪਾਂ ਟਰੱਕ ਡਰਾਈਵਰ ਦੇ ਵਿੱਚ ਹੀ ਆਉਣਾ ਹੋਵੇ, ਫੋਰ ਐਗਜ਼ਾਮਪਲ ਕਿ ਆਪਾਂ ਗੂਗਲ 'ਤੇ ਸਰਚ ਕਰਾਂਗੇ ਟਰੱਕਿੰਗ ਕੰਪਨੀਜ਼ ਇਨ ਕੈਨੇਡਾ, ਕੰਟਰੀ ਦਾ ਨਾਂ ਭਰ ਕੇ ਵੀ ਆਪਾਂ ਕਰ ਸਕਦੇ ਹਾਂ। ਉਸ ਤੋਂ ਇਲਾਵਾ ਬਾਏ ਸਟੇਟ ਵੀ ਕਰ ਸਕਦੇ ਹਾਂ, ਬਾਏ ਸਿਟੀ ਨੇਮ ਵੀ ਪਾ ਕੇ ਟਰੱਕਿੰਗ ਕੰਪਨੀਜ਼ ਇਨ ਵਿਨੀਪੈਗ, ਇਨ ਕੈਲਗਰੀ, ਲਾਈਕ ਵਟ ਐਵਰ। ਅਤੇ ਉਸ ਤੋਂ ਬਾਅਦ ਸਾਨੂੰ ਕੰਪਨੀਆਂ ਦੀ ਡਿਟੇਲ ਮਿਲ ਜਾਂਦੀ ਹੈਗੀ ਆ, ਅਤੇ ਕੰਪਨੀਆਂ ਦੇ ਫ਼ੋਨ ਨੰਬਰ, ਈਮੇਲ, ਆਪਾਂ ਈਮੇਲ ਕਰਕੇ ਕੰਟੈਕਟ ਕਰ ਸਕਦੇ ਹਾਂ। ਪਰ ਸਾਨੂੰ ਇੱਥੇ ਇੱਕ ਗੱਲ ਦਾ ਬਹੁਤ ਖਾਸ ਖਿਆਲ ਰੱਖਣਾ ਪਊਗਾ ਕਿ ਔਨਲਾਈਨ ਜਦੋਂ ਅਸੀਂ ਸਰਚ ਕਰਦੇ ਹਾਂ ਤਾਂ ਬਹੁਤ ਸਾਰੇ ਫਰੋਡ ਵੀ ਹੁੰਦੇ ਆ, ਅਤੇ ਆਪਾਂ ਨੂੰ ਇਹ ਮੇਕ ਸ਼ੋਰ ਕਰਨਾ ਪਊਗਾ ਕਿ ਹਾਂ ਇਹ ਸਭ ਕੁਛ ਜੈਨੂਅਨ ਹੈਗਾ। ਠੀਕ ਆ ਜੀ। ਅਤੇ ਉਸ ਤੋਂ ਇਲਾਵਾ ਏਜੰਟਸ ਵੀ ਬਹੁਤ ਕੰਮ ਕਰਦੇ ਹੈਗੇ ਆ, ਪਰ ਏਜੰਟਸ ਤੋਂ ਸਾਵਧਾਨ। ਅਤੇ ਕਿਉਂਕਿ ਬਹੁਤ ਘੱਟ ਹੈਗੇ ਆ ਜਿਹੜੇ ਜੈਨੂਅਨ ਬੰਦੇ ਹੈਗੇ ਆ, ਫਰੋਡ ਵਾਲੇ ਜ਼ਿਆਦਾ ਹੁੰਦੇ ਆ, ਅਤੇ ਇਸ ਚੀਜ਼ ਦਾ ਸਾਨੂੰ ਖਿਆਲ ਰੱਖਣਾ ਪਊਗਾ। ਠੀਕ ਆ ਜੀ। ਅਤੇ ਉਸ ਤੋਂ ਇਲਾਵਾ ਕਈ ਵਾਰ ਕੀ ਹੁੰਦਾ
ਕਿ ਆਪਣਾ ਵੀਜ਼ਾ ਆਪਾਂ ਸਾਰਾ ਕੁਛ ਕਰ ਲਿਆ, ਸਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ, ਜਾਂ ਕੀ ਹੁੰਦਾ ਕਿ ਕੋਈ ਨਾ ਕੋਈ ਸਾਡੇ ਵਿੱਚ ਕੋਈ ਕੰਮ ਦੇ ਵਿੱਚ ਅੜਚਣ ਪੈ ਜਾਂਦੀ ਆ ਅਤੇ ਅਸੀਂ ਹੌਸਲਾ ਛੱਡ ਦਿੰਦੇ ਹਾਂ ਕਿ ਨਹੀਂ, ਆਪਣੀ ਐਲੀਜੀਬਿਲਟੀ ਨਹੀਂ ਬਣਦੀ ਹੈਗੀ ਅਤੇ ਆਹ ਨਹੀਂ ਹੋਣਾ, ਉਹ ਨਹੀਂ ਹੋਣਾ। ਠੀਕ ਆ ਜੀ। ਅਤੇ ਇਹ ਨਹੀਂ ਗੱਲ ਹੈਗੀ, ਆਪਾਂ ਟਰਾਈ ਕਰਦੇ ਰਹਾਂਗੇ, ਮਿਹਨਤ ਕਰਦੇ ਰਹਾਂਗੇ ਅਤੇ ਜ਼ਰੂਰ ਕੰਮ ਬਣ ਜਾਂਦਾ ਹੈਗਾ। ਹੌਸਲਾ ਨਹੀਂ ਛੱਡਣਾ ਚਾਹੀਦਾ। ਬਾਕੀ ਇਹ ਨਹੀਂ ਕਿ ਆਪਾਂ ਨੂੰ ਸਿਰਫ ਕੈਨੇਡਾ ਆਉਣ ਵਾਸਤੇ ਹੀ ਇਹ ਕਰਨਾ ਚਾਹੀਦਾ ਹੈਗਾ, ਮਿਹਨਤ ਕਰਨੀ ਚਾਹੀਦੀ ਆ। ਜੇ ਆਪਾਂ ਕਿਤੇ ਵੀ ਹੈਗੇ ਹਾਂ ਅਤੇ ਮਿਹਨਤ ਕਰਦੇ ਹਾਂ ਤਾਂ ਫਲ ਤਾਂ ਜ਼ਰੂਰ ਮਿਲਦਾ, ਕਾਮਯਾਬੀ ਤਾਂ ਮਿਲਦੀ ਹੀ ਹੈ ਨਾ। ਅਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਮੈਂ ਕੈਨੇਡਾ ਆਉਣ ਤੱਕ ਕਿੰਨੀ ਸਟਰਗਲ ਕੀਤੀ, ਕੀ ਕੁਛ ਕੀਤਾ ਮੈਂ, ਅਤੇ ਉਹਦੇ ਵਿੱਚ ਮੈਨੂੰ ਕੀ ਪ੍ਰੋਬਲਮਸ ਆਈਆਂ। ਬਹੁਤ ਸਾਰੀਆਂ ਪ੍ਰੋਬਲਮਸ ਆਈਆਂ, ਅਤੇ ਜੇ ਮੈਂ ਹੌਸਲਾ ਛੱਡ ਦਿੰਦਾ ਤਾਂ ਹੋ ਸਕਦਾ ਮੈਂ ਨਾ ਆ ਸਕਦਾ ਹੋਇਆ ਇੱਥੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਕੈਨੇਡਾ ਅਮਰੀਕਾ ਜਾਵਾਂਗਾ। ਠੀਕ ਹੈ ਜੀ। ਅਤੇ ਮੈਨੂੰ ਅਖਬਾਰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ, ਅਤੇ ਇੰਡੀਆ ਦੇ ਵਿੱਚ ਮੈਂ ਜਦੋਂ ਫਰੀ ਟਾਈਮ ਹੁੰਦਾ ਸੀ ਅਖਬਾਰ ਬਹੁਤ ਪੜ੍ਹਦਾ ਹੁੰਦਾ ਸੀ। ਅਤੇ ਜੁਲਾਈ ਔਰ ਅਗਸਤ 2010 ਦੀ ਗੱਲ ਆ ਕਿ ਮੈਂ ਅਖਬਾਰ ਦੇ ਵਿੱਚ ਪੜ੍ਹਿਆ ਕਿ ਇੱਕ ਨਿਊਜ਼ ਸੀ ਬੰਦੇ ਦੀ, ਕੋਈ ਦਿੱਲੀ ਦਾ ਰਹਿਣ ਵਾਲਾ ਬੰਦਾ ਸੀਗਾ। ਦੇਸ਼ ਵਿਦੇਸ਼ ਸਪਲੀਮੈਂਟ ਦੇ ਵਿੱਚ ਉਹਦੀ ਨਿਊਜ਼ ਲੱਗੀ ਸੀ ਬੰਦੇ ਦੀ ਕਿ ਉਹਨੂੰ ਇੱਥੋਂ ਕੈਨੇਡਾ ਤੋਂ ਵੈਨਕੂਵਰ ਏਅਰਪੋਰਟ ਤੋਂ ਵਾਪਿਸ ਮੋੜਿਆ ਗਿਆ, ਉਹਨੂੰ ਡਿਪੋਰਟ ਕੀਤਾ ਗਿਆ। ਠੀਕ ਹੈ ਜੀ। ਉਹ ਹੈਡਲਾਈਨ ਪੜ੍ਹੀ। ਉਸ ਤੋਂ ਬਾਅਦ ਮੈਂ ਉਸ ਬੰਦੇ ਦੀ ਪੂਰੀ ਖਬਰ ਦੀ ਡਿਟੇਲ ਪੜ੍ਹੀ। ਜਿਹੜੀ ਖਬਰ ਫਿਰ ਵਧੀਆ ਲੱਗਦੀ, ਫਿਰ ਥੋੜ੍ਹੀ ਜਿਹੀ ਡਿਟੇਲ ਪੂਰੀ ਪੜ੍ਹ ਲਈ ਜਾਂਦੀ ਹੈ ਨਾ। ਜਿੱਦਾਂ ਉਹ ਡਿਟੇਲ ਜਦੋਂ ਮੈਂ ਪੜ੍ਹੀ ਅਤੇ ਉਸ ਦੇ ਵਿੱਚ ਫਿਰ ਲਿਖਿਆ ਸੀਗਾ ਕਿ ਉਹ ਟਰੱਕ ਡਰਾਈਵਰ ਦੇ ਵਰਕ ਪਰਮਿਟ 'ਤੇ ਕੈਨੇਡਾ ਆਇਆ ਹੋਇਆ ਸੀ। ਉਹ ਅਮਰੀਕਾ ਨੂੰ ਜਾਂਦਾ ਸੀ ਅਤੇ ਉਸ ਟਾਈਮ 'ਤੇ ਸ਼ਾਇਦ ਕੋਈ ਕਾਨੂੰਨ ਸੀਗਾ ਕਿ ਜਦੋਂ ਆਪਾਂ ਕਿਤੇ ਜਾਣਾ ਆ ਕੈਨੇਡਾ ਤੋਂ ਬਾਹਰ ਤਾਂ ਸਾਨੂੰ ਕੈਨੇਡਾ ਤੋਂ ਫਲਾਈ ਕਰਨਾ ਪਊਗਾ। ਉਹਨੂੰ ਕੋਈ ਘਰੇ ਐਮਰਜੈਂਸੀ ਕੰਮ ਪੈ ਗਿਆ ਸੀ ਅਤੇ ਉਹ ਅਮਰੀਕਾ ਤੋਂ ਹੀ ਫਲਾਈ ਕਰਕੇ ਇੰਡੀਆ ਚਲਾ ਗਿਆ ਸੀ। ਅਤੇ ਜਦੋਂ ਵਾਪਿਸ ਆਇਆ ਅਤੇ ਉਹਨੂੰ ਕੈਨੇਡਾ ਏਅਰਪੋਰਟ 'ਤੇ ਐਂਟਰ ਨਹੀਂ ਹੋਣ ਦਿੱਤਾ ਗਿਆ, ਉਹਨੂੰ ਡਿਪੋਰਟ ਕਰਤਾ ਸੀ। ਅਤੇ ਉਸ ਤੋਂ ਬਾਅਦ ਫਿਰ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਟਰੱਕ ਡਰਾਈਵਰ ਦੇ ਵੀਜ਼ੇ 'ਤੇ ਜਾਂ ਹੋਰ ਵੀ ਵਰਕ ਪਰਮਿਟ 'ਤੇ ਅਰਬ ਕੰਟਰੀਆਂ 'ਚ ਤਾਂ ਲੋਕ ਦੁਬਈ, ਸਾਊਦੀ ਅਰਬ, ਬਹਿਰੀਨ ਹਰ ਜਗ੍ਹਾ ਜਾਂਦੇ ਹੈਗੇ ਆ। ਅਤੇ ਇਹ ਟਰੱਕ ਡਰਾਈਵਰ ਦਾ ਵੀ ਕਿਹੜਾ ਵੀਜ਼ਾ ਹੋਇਆ ਇਹ ਕੈਨੇਡਾ ਦਾ। ਫਿਰ ਮੈਂ ਉਹ ਖਬਰ ਦੀ ਥੋੜ੍ਹੀ ਜਿਹੀ ਜਿੱਦਾਂ ਪੜਤਾਲ ਕੀਤੀ ਅਤੇ ਪਤਾ ਲੱਗਾ ਕਿ ਹਾਂ ਵੀ ਟਰੱਕ ਡਰਾਈਵਰ ਵੀ ਕੈਨੇਡਾ ਜਾਂਦੇ ਹੈਗੇ ਆ। ਠੀਕ ਆ ਜੀ। ਉਸ ਤੋਂ ਬਾਅਦ ਰਿਕੁਆਇਰਮੈਂਟ ਕੀ ਸੀ ਉਸ ਟਾਈਮ 'ਤੇ ਸੀਗੀ ਕਿ ਕਹਿੰਦੇ ਕਿ ਹਾਂਜੀ ਆਪਣੇ +2 ਚਾਹੀਦੀ ਆ, 2-3 ਸਾਲ ਦਾ ਐਕਸਪੀਰੀਅੰਸ ਹੋਵੇ, ਅਤੇ ਆਈਲੈਟਸ ਉਸ ਟਾਈਮ 'ਤੇ ਕਹਿੰਦੇ ਪਹਿਲਾਂ ਹੈ ਨਹੀਂ ਸੀ, ਹੁਣੇ ਰੀਸੈਂਟਲੀ ਸਟਾਰਟ ਹੋਈ ਹੈ ਕਿ 5 ਬੈਂਡ ਵੀ ਆਈਲੈਟਸ ਦੇ ਚਾਹੀਦੇ ਆ। ਅਤੇ ਫਿਰ ਮੈਂ ਸੋਚਿਆ ਕਿ +2 ਹੈਗੀ ਆ ਅਤੇ ਪਹਿਲਾਂ ਚਲੋ ਟਰੱਕਿੰਗ ਦਾ ਐਕਸਪੀਰੀਅੰਸ ਆਪਣਾ ਕਰਦੇ ਹਾਂ। ਅਤੇ ਇੰਡੀਆ ਦਾ ਟਰੱਕ ਦਾ ਲਾਇਸੈਂਸ ਮੇਰੇ ਕੋਲ ਸੀਗਾ ਪਹਿਲਾਂ ਤੋਂ ਹੀ। ਅਤੇ ਫਿਰ ਜਿਹੜੀ ਆਈਲੈਟਸ ਆ ਉਹ ਚਲੋ ਥੋੜ੍ਹੀ ਬਹੁਤ ਇੰਗਲਿਸ਼ ਆਉਂਦੀ ਹੈਗੀ ਆ, ਅਤੇ ਉਹ ਬਾਅਦ ਵਿੱਚ ਦੇਖਾਂਗੇ, ਪਹਿਲਾਂ ਆਪਣਾ ਹੈ ਨਾ ਟਰੱਕ ਦਾ ਐਕਸਪੀਰੀਅੰਸ ਕਰੀਏ। ਅਤੇ ਉਸ ਤੋਂ ਬਾਅਦ ਮੈਂ 2-3 ਮਹੀਨਿਆਂ ਬਾਅਦ ਹੀ ਨਾ 2010 ਦੇ ਵਿੱਚ ਹੀ ਅਕਤੂਬਰ ਦੇ ਵਿੱਚ ਹੀ ਮੈਂ ਏਜੰਟ ਦੇ ਥਰੂ ਸਾਊਦੀ ਅਰਬ ਚਲਾ ਗਿਆ। ਅਤੇ ਉੱਥੇ ਮੈਂ ਕੰਮ ਕੀਤਾ ਜੀ ਸਾਊਦੀ ਅਰਬ 3 ਸਾਲ। 3 ਸਾਲ ਦਾ ਐਕਸਪੀਰੀਅੰਸ ਲੈਣ ਤੋਂ ਬਾਅਦ ਮੈਂ ਵਾਪਿਸ ਆ ਗਿਆ। ਫਿਰ ਇਹੀ ਸੋਚਿਆ ਸੀਗਾ ਕਿ ਹੁਣ ਤਾਂ ਕੈਨੇਡਾ ਦਾ ਟਰਾਈ ਕਰਨਾ ਹੈ ਨਾ। ਅਤੇ ਵਾਪਿਸ ਆ ਕੇ ਇੰਡੀਆ ਅਤੇ ਮੈਂ ਪਹਿਲਾਂ ਆਈਲੈਟਸ ਕੀਤੀ ਅਤੇ ਚਲੋ 5 ਬੈਂਡ ਆ ਗਏ, ਜੋ ਮੇਰੀ ਰਿਕੁਆਇਰਮੈਂਟ ਸੀ ਉਹ ਹੋ ਗਈ ਪੂਰੀ। ਅਤੇ ਉਹ ਕਰਨ ਤੋਂ ਬਾਅਦ ਫਿਰ ਮੈਂ ਜੀ ਲੱਗ ਪਿਆ ਟਰਾਈ ਕਰਨ ਕੈਨੇਡਾ ਵਾਸਤੇ ਵਰਕ ਪਰਮਿਟ 'ਤੇ ਟਰੱਕ ਡਰਾਈਵਰ ਦਾ। ਅਤੇ ਕਾਫੀ ਟਾਈਮ ਲੰਘ ਗਿਆ, ਕੋਈ ਫਰੈਂਡ ਸਰਕਲ ਇੱਥੇ ਜਾਂ ਰਿਲੇਟਿਵ ਸਰਕਲ ਸਾਰਿਆਂ ਨਾਲ ਕੋਸ਼ਿਸ਼ ਕੀਤੀ, ਗੱਲਬਾਤ ਕੀਤੀ ਕਿ ਮੇਰੇ ਕੋਲ ਰਿਕੁਆਇਰਮੈਂਟ ਪੂਰੀ ਹੈਗੀ ਆ ਟਰੱਕ ਡਰਾਈਵਰ ਦੇ ਵਰਕ ਪਰਮਿਟ 'ਤੇ ਆਉਣ 'ਤੇ, ਪਰ ਮੈਨੂੰ ਜੋਬ ਆਫਰ ਚਾਹੀਦੀ ਹੈ ਕਿਤੇ ਹੈ ਨਾ। ਅਤੇ ਗੱਲ ਨਹੀਂ ਬਣੀ ਜੀ। ਟਾਈਮ ਲੰਘਦਾ ਗਿਆ, 6 ਮਹੀਨੇ ਲੰਘ ਗਏ, ਸਾਲ ਲੰਘ ਗਿਆ, 1.5 ਸਾਲ ਲੰਘ ਗਿਆ, ਅਤੇ ਕੋਈ ਗੱਲ ਨਹੀਂ ਬਣੀ। ਉਸ ਤੋਂ ਬਾਅਦ ਮੇਰਾ ਟਾਈਮ ਜਿਹੜਾ ਉਹਦਾ ਲਾਇਸੈਂਸ ਦਾ ਸੀਗਾ ਸਾਊਦੀ ਅਰਬ ਦਾ, ਉਹ 5 ਕੁ ਮਹੀਨੇ ਦਾ ਰਹਿ ਗਿਆ ਸੀ, ਅਤੇ 5 ਕੁ ਮਹੀਨੇ ਦੀ ਹੀ ਮੇਰੀ ਜਿਹੜੀ ਆ ਉਹ ਆਈਲੈਟਸ ਰਹਿ ਗਈ ਸੀ ਐਕਸਪਾਇਰ ਹੋਣ ਨੂੰ। ਅਤੇ ਫਿਰ ਮੈਂ ਸੋਚਿਆ ਕਿ ਨਹੀਂ, ਮੇਰੀ ਹੁਣ ਕਿਤੇ ਗੱਲ ਨਹੀਂ ਬਣਨੀ ਹੈਗੀ, ਅਤੇ ਲੱਗਦਾ ਮੈਨੂੰ ਕਿ ਵਾਪਿਸ ਮੈਨੂੰ ਅਰਬ ਕੰਟਰੀ ਹੀ ਜਾਣਾ ਪੈਣਾ, ਕਿਉਂਕਿ ਜੇ ਮੇਰਾ ਲਾਇਸੈਂਸ ਐਕਸਪਾਇਰ ਹੋ ਗਿਆ ਤਾਂ ਉੱਥੇ ਵੀ ਫਿਰ ਮੈਨੂੰ ਮੁੜ ਕੇ ਪ੍ਰੋਸੈਸ ਜਿਹੜਾ ਹੈਗਾ ਉਹ ਦੁਬਾਰਾ ਤੋਂ ਹੀ ਸਟਾਰਟ ਕਰਨਾ ਪੈਣਾ, ਅਤੇ ਮੈਨੂੰ ਫਿਰ ਗੱਲ ਨਹੀਂ ਬਣਨੀ ਛੇਤੀ ਮੇਰੇ ਅਰਬ ਕੰਟਰੀ ਦੀ ਵੀ। ਜੇ ਮੇਰਾ ਲਾਇਸੈਂਸ ਐਕਸਪਾਇਰ ਹੋ ਗਿਆ ਅਤੇ ਮੈਂ ਹੁਣ ਮੁੜ ਕੇ ਵਾਪਿਸ ਅਰਬ ਹੀ ਚਲੇ ਜਾਂਦਾ। ਉਸ ਤੋਂ ਬਾਅਦ ਫਿਰ ਮੈਂ ਇੱਕ ਟਰਾਈ ਕੀਤੀ ਫਿਰ ਆਪਣੇ ਬਹਿਰੀਨ ਦੀ, ਅਤੇ ਔਨਲਾਈਨ ਹੀ ਮੈਂ ਜੋਬ ਲੱਭੀ ਸੀ ਗੂਗਲ ਤੋਂ ਹੀ। ਕੰਪਨੀ ਨੂੰ ਈਮੇਲ ਪਾਈ, ਕੰਪਨੀ ਨੇ ਮੇਰਾ ਰਿਜ਼ਿਊਮ ਦੇਖਿਆ, ਮੈਨੂੰ ਜੋਬ ਆਫਰ ਭੇਜੀ, ਅਤੇ ਮੈਂ ਸਾਈਨ ਕਰਕੇ ਭੇਜੀ। 3-4 ਦਿਨ ਬਾਅਦ ਹੀ ਵੀਜ਼ਾ ਆ ਗਿਆ,
ਤੇ ਜਦੋਂ ਮੈਂ ਸੋਚਿਆ ਜਾਣੀ ਕਿ ਮੈਂ ਹੁਣ ਕੈਨੇਡਾ ਦਾ ਨਹੀਂ ਬਣਨਾ, ਅਤੇ ਉਸ ਤੋਂ 1 ਮਹੀਨੇ ਬਾਅਦ ਤਕਰੀਬਨ ਮੈਂ ਬਹਿਰੀਨ ਚਲਾ ਗਿਆ। ਫਿਰ ਬਹਿਰੀਨ ਜਾ ਕੇ ਵੀ ਫਿਰ ਇਹ ਸੋਚਿਆ ਕਿ ਚਲੋ ਹੁਣ ਸਾਲ 2 ਸਾਲ ਪਤਾ ਨਹੀਂ ਟਰਾਈ ਨਹੀਂ ਕਰ ਹੋਣੀ, ਹੁਣ ਤਾਂ ਆਈਲੈਟਸ ਵੀ ਆਪਣੀ ਐਕਸਪਾਇਰ ਹੋ ਜਾਣੀ ਆ, ਦੁਬਾਰਾ ਕਰਨੀ ਪੈਣੀ ਟਰਾਈ, ਫਿਰ ਕਰਾਂਗੇ ਸਾਲ 2 ਸਾਲ 3 ਸਾਲ ਬਾਅਦ। ਪਰ ਮੈਂ ਉੱਥੇ ਕੰਮ ਸ਼ੁਰੂ ਕਰ ਲਿਆ ਜਾ ਕੇ, ਲਾਇਸੈਂਸ ਚੇਂਜ ਹੋਇਆ ਅਤੇ 4-5 ਦਿਨ ਬਾਅਦ ਕੰਮ ਸ਼ੁਰੂ ਕਰ ਲਿਆ। ਕੰਮ ਸ਼ੁਰੂ ਕਰਨ ਤੋਂ ਬਾਅਦ ਫਿਰ ਵੀ ਮੈਂ ਕਿਹਾ ਚਲੋ ਟਰਾਈ ਕਰਦੇ ਰਹਿੰਦੇ ਹਾਂ, ਕੀ ਪਤਾ ਹੁੰਦਾ, ਹਜੇ ਆਪਣੇ ਕੋਲ 4 ਕੁ ਮਹੀਨੇ ਦਾ ਟਾਈਮ ਹੈਗਾ। ਅਤੇ ਮੈਂ ਫਿਰ ਟਰਾਈ ਕਰਦਾ ਰਿਹਾ, ਅਤੇ ਫਿਰ ਮੇਰੀ ਇੱਕ ਕਿਤੇ ਗੱਲ ਬਣੀ ਇੱਦਾਂ ਹੀ ਕਿਸੇ ਇੱਥੇ ਕੰਪਨੀ ਦੇ ਵਿੱਚ, ਅਤੇ ਉਹ ਕੰਪਨੀ ਨਾਲ ਗੱਲਬਾਤ ਹੋਈ, ਉਹਨੇ ਮੇਰੀ ਇੰਟਰਵਿਊ ਲਈ ਅਤੇ ਉਹਨੇ ਮੈਨੂੰ ਯੈਸ ਕਰਤੀ ਕਿ ਹਾਂ ਤੈਨੂੰ LMIA ਦਿੰਦੇ ਹਾਂ ਅਤੇ ਤੈਨੂੰ ਇੰਡੀਆ ਵਾਪਿਸ ਜਾਣਾ ਪੈਣਾ, ਅਤੇ ਫਾਈਲ ਤੇਰੀ ਇੰਡੀਆ ਤੋਂ ਕਰਵਾਵਾਂਗੇ। ਅਤੇ ਉਹਨਾਂ ਨਾਲ ਡਨ ਹੋਣ ਤੋਂ ਬਾਅਦ ਹਜੇ ਮੈਨੂੰ ਬਹਿਰੀਨ ਗਏ ਨੂੰ 1 ਮਹੀਨਾ ਹੋਇਆ ਸੀਗਾ, ਅਤੇ ਫਿਰ ਮੈਂ ਵਾਪਿਸ ਆ ਗਿਆ। ਫਿਰ 5-6 ਦਿਨ ਬਾਅਦ 5-6 ਦਿਨ ਬਾਅਦ ਵਾਪਿਸ ਆਉਣ ਤੋਂ ਬਾਅਦ ਫਿਰ ਮੈਂ ਆਪਣੇ ਡਾਕੂਮੈਂਟ ਤਿਆਰ ਕੀਤੇ। ਡਾਕੂਮੈਂਟ ਤਿਆਰ ਕਰਨ ਤੋਂ ਬਾਅਦ ਮੈਂ ਦਿੱਲੀ ਗਿਆ ਅੰਬੈਸੀ ਦੇ ਵਿੱਚ, ਅਤੇ ਅੰਬੈਸੀ ਦੇ ਵਿੱਚ ਫਾਈਲ ਸਬਮਿਟ ਕਰਵਾ ਕੇ ਆਇਆ। ਉਸ ਤੋਂ ਬਾਅਦ ਫਿਰ ਵੇਟ ਕੀਤੀ ਕਿ 2 ਮਹੀਨਿਆਂ ਬਾਅਦ ਮੇਰਾ ਅੰਬੈਸੀ ਤੋਂ ਰਿਸਪੌਂਸ ਆ ਗਿਆ ਕਿ ਤੇਰਾ ਪਾਸਪੋਰਟ ਡਿਸਪੈਚ ਹੋ ਗਿਆ। ਅਤੇ ਉਸ ਤੋਂ ਬਾਅਦ ਮੈਂ ਕੋਰੀਅਰ ਕੰਪਨੀ ਤੋਂ ਮੈਂ ਆਪਣਾ ਪਾਸਪੋਰਟ ਕਲੈਕਟ ਕੀਤਾ ਜਾ ਕੇ, ਅਤੇ ਪਾਸਪੋਰਟ ਖੋਲ੍ਹ ਕੇ ਦੇਖਿਆ ਅਤੇ ਵੀਜ਼ਾ ਨਹੀਂ ਲੱਗਾ ਸੀ। ਅਤੇ ਮਨ ਦੇ ਵਿੱਚ ਬੜੀ ਨਿਰਾਸ਼ਾ ਜਿਹੀ ਹੋਈ ਕਿ ਯਾਰ ਆਹ ਕੀ ਹੋਇਆ, ਕਿ ਇੰਨੀ ਮਿਹਨਤ ਕੀਤੀ, ਇੰਨਾ ਕੁਛ ਕੀਤਾ, ਅਤੇ ਵੀਜ਼ਾ ਫਿਰ ਆਪਣੇ ਰਿਫਿਊਜ਼ ਹੋ ਗਿਆ। ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਇੱਥੇ ਕੈਨੇਡਾ ਓਨਰ ਨੂੰ ਮੈਂ ਮੈਸੇਜ ਕੀਤਾ ਕਿ ਸਰ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਅਤੇ ਮੈਨੂੰ ਇਹ ਸੀਗਾ ਕਿ ਮੇਰਾ ਹੁਣ ਵੀਜ਼ਾ ਰਿਫਿਊਜ਼ ਹੋ ਗਿਆ, ਦੁਬਾਰਾ ਨਹੀਂ ਅਪਲਾਈ ਕਰ ਸਕਦਾ। ਅਤੇ ਪਰ ਇੰਡੀਆ ਸ਼ਾਮ ਪਈ ਸੀ ਅਤੇ ਇੱਥੇ ਜਿੱਦਾਂ ਮੋਰਨਿੰਗ ਹੋਈ ਸੀ, ਅਤੇ ਫਿਰ ਉਹਨੇ ਮੈਨੂੰ ਮਾਲਕ ਨੇ ਮੇਰੇ ਨੇ ਰਿਪਲਾਈ ਕੀਤਾ ਕਿ ਡੋਂਟ ਵਰੀ, ਕਿ ਮੈਂ ਤੈਨੂੰ ਦੁਬਾਰਾ ਡਾਕੂਮੈਂਟ ਅਪਡੇਟ ਕਰਕੇ ਭੇਜਦਾ ਅਤੇ ਤੂੰ ਦੁਬਾਰਾ ਵੀਜ਼ਾ ਅਪਲਾਈ ਕਰ। ਅਤੇ ਜਦੋਂ ਉਹਦਾ ਮੈਸੇਜ ਪੜ੍ਹਿਆ ਫਿਰ ਮੈਨੂੰ ਥੋੜ੍ਹਾ ਜਿਹਾ ਖੁਸ਼ੀ ਜਿਹੀ ਹੋਈ ਵੀ ਮੈਂ ਦੁਬਾਰਾ ਅਪਲਾਈ ਕਰ ਸਕਦਾ। ਅਤੇ ਉਹਨੇ ਕਿਹਾ ਸੀਗਾ ਕਿ ਹਾਂ ਤੇਰੀ 1 ਮਹੀਨੇ ਦੀ LMIA ਦੀ ਡੇਟ ਰਹਿੰਦੀ ਆ, ਕਿਉਂਕਿ LMIA ਦੀ ਡੇਟ ਹੁੰਦੀ 6 ਮਹੀਨੇ ਦੀ। 6 ਮਹੀਨੇ ਦੇ ਵਿੱਚ ਐਕਸਪਾਇਰ LMO ਹੋ ਜਾਂਦੀ ਆ। ਜੇ ਤੁਹਾਡਾ ਜੇ ਵੀਜ਼ਾ ਇਨ ਕੇਸ ਰਿਫਿਊਜ਼ ਹੋ ਜਾਵੇ ਅਤੇ ਤੁਸੀਂ ਦੁਬਾਰਾ ਜੇ ਤੁਹਾਡੀ LMIA ਦੀ ਡੇਟ ਹੈਗੀ ਅਤੇ ਵੀਜ਼ਾ ਤੁਸੀਂ ਫਿਰ ਅਪਲਾਈ ਕਰ ਸਕਦੇ ਹੈਗੇ ਆ, ਠੀਕ ਆ ਜੀ। ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਫਿਰ 8-10 ਦਿਨ ਬਾਅਦ ਮੈਂ ਮੁੜ ਕੇ ਫਿਰ ਦੁਬਾਰਾ ਫਿਰ ਓਨਰ ਨੇ ਕਿਹਾ ਸੀਗਾ ਕਿ ਹੁਣ ਫਾਈਲ ਤੂੰ ਚੰਡੀਗੜ੍ਹ ਲਾਉਣੀ ਹੈਗੀ ਆ। ਅਤੇ 8-10 ਦਿਨ ਬਾਅਦ ਮੈਂ ਫਾਈਲ ਫਿਰ ਚੰਡੀਗੜ੍ਹ ਕੈਨੇਡੀਅਨ ਅੰਬੈਸੀ ਦੇ ਵਿੱਚ ਸਬਮਿਟ ਕਰਕੇ ਆ ਗਿਆ। ਉਸ ਤੋਂ ਬਾਅਦ ਕਾਫੀ ਲੰਬਾ ਟਾਈਮ ਮੈਨੂੰ ਵੇਟ ਕਰਨੀ ਪਈ, ਘੱਟੋ ਘੱਟ ਵੀ 3.5-4 ਮਹੀਨੇ ਨਿਕਲ ਗਏ ਅਤੇ ਕੋਈ ਰਿਸਪੌਂਸ ਨਹੀਂ ਆਇਆ। ਅਤੇ 3.5-4 ਮਹੀਨਿਆਂ ਬਾਅਦ ਮੈਨੂੰ ਫੋਨ ਕਾਲ ਆਈ, ਅਤੇ ਚੰਡੀਗੜ੍ਹ ਦਾ ਨੰਬਰ ਸੀ, ਅਤੇ ਮੈਂ ਦੇਖਿਆ ਕਿ ਨੰਬਰ ਚੰਡੀਗੜ੍ਹ ਦਾ ਹੈਗਾ ਕਿ ਅੰਬੈਸੀ ਤੋਂ ਕਾਲ ਲੱਗਦੀ ਆ। ਅੰਬੈਸੀ ਤੋਂ ਗੋਰੀ ਸੀਗੀ ਵੀਜ਼ਾ ਆਫਿਸਰ, ਅਤੇ ਉਹਨੇ ਗੱਲ ਸ਼ੁਰੂ ਕੀਤੀ ਕਿ ਸਤਵਿੰਦਰ ਸਿੰਘ। ਮੈਂ ਕਿਹਾ ਹਾਂਜੀ। ਉਹਨੇ ਦੱਸਿਆ ਕਿ ਮੈਂ ਇੱਦਾਂ ਕੈਨੇਡੀਅਨ ਹਾਈ ਕਮਿਸ਼ਨ ਤੋਂ ਬੋਲਦੀ ਪਈ ਹਾਂ, ਅਤੇ ਤੁਹਾਡੀ ਇੰਟਰਵਿਊ ਲੈਣੀ ਆ। ਅਤੇ ਮੈਂ ਕਿਹਾ ਚਲੋ ਠੀਕ ਆ, ਹਾਂਜੀ ਦੱਸੋ। ਅਤੇ ਫੋਨ 'ਤੇ ਘੱਟੋ ਘੱਟ ਵੀ 20-22 ਮਿੰਟ ਦੀ ਗੱਲਬਾਤ ਹੋਈ। ਉਹਨੇ ਮੇਰਾ ਐਕਸਪੀਰੀਅੰਸ ਕਿੱਥੇ ਕੀ ਕੀਤਾ, ਕਿੱਥੇ ਕਿੱਦਾਂ ਸਾਰਾ ਗੱਲਬਾਤ ਹੋਈ। ਅਤੇ ਇੰਟਰਵਿਊ ਚਲੋ ਵਧੀਆ ਹੋ ਗਈ, ਸਾਰਾ ਡਨ ਹੋ ਗਿਆ। ਅਤੇ ਉਸ ਤੋਂ ਬਾਅਦ ਵੀ ਮੈਨੂੰ ਉਹਨੇ ਕਿਹਾ ਕੁਛ ਨਹੀਂ, ਕਿ ਉਹਨੇ ਕਿਹਾ ਵੀ ਤੇਰੀ ਫਾਈਲ ਪ੍ਰੋਸੈਸ ਦੇ ਵਿੱਚ ਹੈਗੀ ਆ ਅਤੇ ਤੂੰ ਵੇਟ ਕਰ। ਅਤੇ ਥੋੜ੍ਹੇ ਦਿਨ ਫਿਰ ਨਿਕਲ ਗਏ, ਅਤੇ ਹਫ਼ਤੇ ਕੁ ਬਾਅਦ ਦੁਬਾਰਾ ਫਿਰ ਕਾਲ ਆ ਗਈ। ਅਤੇ ਫਿਰ ਜਦੋਂ ਕਾਲ ਆਈ ਮੈਂ ਸੋਚਿਆ ਕਿ ਕਾਲ ਫਿਰ ਉਹ ਚੰਡੀਗੜ੍ਹ ਨੰਬਰ ਹੀ ਆ, ਅਤੇ ਅੰਬੈਸੀ ਤੋਂ ਲੱਗਦੀ ਵੀ ਇੰਟਰਵਿਊ ਤਾਂ ਉਦੋਂ ਵਧੀਆ ਹੋ ਗਈ ਸੀ, ਇਹ ਕੀ ਪ੍ਰੋਬਲਮ ਦੁਬਾਰਾ ਹੋਈ ਹੈ ਨਾ। ਅਤੇ ਮੈਂ ਜਦੋਂ ਕਾਲ ਰਿਸੀਵ ਕੀਤੀ ਅਤੇ ਫਿਰ ਉਹੀ ਗੋਰੀ ਅੰਬੈਸਡਰ, ਅਤੇ ਉਹਨੇ ਮੈਨੂੰ ਕਿਹਾ ਕਿ ਹਾਂ ਸਤਵਿੰਦਰ ਸਿੰਘ। ਮੈਂ ਕਿਹਾ ਹਾਂਜੀ। ਅਤੇ ਉਹਨੇ ਕਿਹਾ ਕਿ ਤੁਹਾਡੀ ਅੰਬੈਸੀ ਦੇ ਵਿੱਚ ਇਨ ਪਰਸਨ ਇੰਟਰਵਿਊ ਹੋਣੀ ਆ, ਅਤੇ ਇੰਨੀ ਤਰੀਕ ਨੂੰ ਇੰਟਰਵਿਊ ਆ, ਅਤੇ ਇੰਨੀ ਤਰੀਕ ਨੂੰ ਇੰਨੇ ਟਾਈਮ 'ਤੇ ਤੁਸੀਂ ਇੱਥੇ ਪਹੁੰਚ ਜਾਣਾ ਹੈਗਾ, ਅਤੇ 15 ਮਿੰਟ ਪਹਿਲਾਂ ਤੁਸੀਂ ਚੈੱਕ ਇਨ ਕਰਨਾ। ਅਤੇ ਮੈਂ ਕਿਹਾ ਠੀਕ ਆ ਜੀ। ਉਹਨੇ ਮੈਨੂੰ ਫੋਨ 'ਤੇ ਐਡਰੈਸ ਲਿਖਾ ਤਾ। ਮੈਂ ਕਿਹਾ ਓਕੇ। ਅਤੇ ਉਹਨੇ ਕਿਹਾ ਕਿ ਆਪਣੇ ਓਰੀਜਨਲ ਡਾਕੂਮੈਂਟ ਸਾਰੇ ਨਾਲ ਲੈ ਕੇ ਆਉਣੇ ਤੁਸੀਂ, ਐਜੂਕੇਸ਼ਨ ਦੇ, ਐਕਸਪੀਰੀਅੰਸ ਦੇ। ਅਤੇ ਚਲੋ ਕਾਲ ਕੱਟ ਹੋਈ, ਅਤੇ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਹੁਣ ਕੀ ਪ੍ਰੋਬਲਮ ਹੋ ਗਈ ਆ। ਫੋਨ 'ਤੇ ਇੰਟਰਵਿਊ ਤਾਂ ਠੀਕ ਹੋ ਗਈ ਸੀ, ਅਤੇ ਪਤਾ ਨਹੀਂ। ਚਲੋ ਫਿਰ ਮੈਂ ਜਦੋਂ ਇੰਟਰਵਿਊ ਦੇ ਟਾਈਮ 'ਤੇ ਮੈਂ ਚੰਡੀਗੜ੍ਹ ਚਲਾ ਗਿਆ ਜੀ, ਅਤੇ ਚੰਡੀਗੜ੍ਹ ਗਿਆ ਅਤੇ ਮੁੜ ਕੇ ਇੰਟਰਵਿਊ ਸਟਾਰਟ ਹੋਈ ਉੱਥੇ। ਅਤੇ ਉਹਨੇ ਮੈਨੂੰ ਬਹੁਤ ਤਰ੍ਹਾਂ ਦੇ ਕੁਐਸਚਨ ਪੁੱਛੇ। ਉਹਨੇ ਗੋਰੀ ਸੀ, ਅਤੇ ਨਾਲ ਆਪਣੇ ਪੰਜਾਬੀ ਲੇਡੀਜ਼ ਉਹਦੇ ਬੈਠੀ ਹੋਈ ਸੀ। ਪੰਜਾਬੀ ਲੇਡੀਜ਼ ਜਿਹੜੀ ਸੀ ਉਹ ਡਾਕੂਮੈਂਟ ਉਹਦੇ ਹੱਥ ਦੇ ਵਿੱਚ ਸੀਗੇ ਮੇਰੇ ਸਾਰੇ,
ਤੇ ਉਹ ਜੋ ਕਹਿੰਦੀ ਸੀ ਉਹਨੂੰ ਉਹ ਡਾਕੂਮੈਂਟ ਕੱਢ ਕੇ ਫੜਾਉਂਦੀ ਸੀ ਉਹਨੂੰ, ਤੇ ਉਹ ਸਾਰਾ ਮੇਰੇ ਨਾਲ ਗੱਲਬਾਤ ਗੋਰੀ ਕਰਦੀ ਪਈ ਸੀ। ਐਕਸਪੀਰੀਅੰਸ ਬਾਰੇ ਇਹ ਉਹ ਬੜੇ ਕੁਐਸਚਨ ਕੀਤੇ, ਰੋਡ ਸਾਈਨ ਪੁੱਛੇ ਉਹਨੇ ਮੈਨੂੰ, ਕਾਫੀ ਜਾਣੀ ਕਿ ਕੁਐਸਚਨ ਗੱਲਬਾਤ ਹੋਈ 20-25 ਮਿੰਟ। ਫਿਰ ਉੱਥੇ ਗੱਲਬਾਤ ਹੋਈ ਅਤੇ ਇੰਟਰਵਿਊ ਡਨ ਹੋਣ ਤੋਂ ਬਾਅਦ ਵੀ ਉਹਨੇ ਕਿਹਾ ਕਿ ਤੁਸੀਂ ਹੁਣ ਜਾ ਸਕਦੇ ਹੋ। ਅਤੇ ਫਿਰ ਮੈਂ ਚਲੋ ਜੀ ਇੰਟਰਵਿਊ ਖ਼ਤਮ ਹੋਈ ਅਤੇ ਮੈਂ ਵਾਪਸ ਘਰ ਆ ਗਿਆ। ਉਸ ਤੋਂ ਬਾਅਦ 1 ਹਫ਼ਤੇ ਬਾਅਦ ਫਿਰ ਮੇਰਾ ਈਮੇਲ ਆ ਗਈ ਅੰਬੈਸੀ ਤੋਂ ਕਿ ਤੁਹਾਡਾ ਪਾਸਪੋਰਟ ਡਿਸਪੈਚ ਹੋ ਗਿਆ ਅਤੇ ਤੁਸੀਂ ਆਪਣਾ ਪਾਸਪੋਰਟ ਕਲੈਕਟ ਕਰ ਲਓ। ਅਤੇ ਮੈਂ ਫਿਰ ਆਪਣੇ ਕੋਰੀਅਰ ਕੰਪਨੀ ਦੇ ਵਿੱਚ ਗਿਆ ਅਤੇ ਨੈਕਸਟ ਡੇ 'ਤੇ ਪਾਸਪੋਰਟ ਕਲੈਕਟ ਕਰਨ ਗਿਆ। ਅਤੇ ਜਦੋਂ ਉੱਥੇ ਮੈਂ ਜਾ ਕੇ ਪਾਸਪੋਰਟ ਆਪਣਾ ਖੋਲ੍ਹਿਆ ਅਤੇ ਵਿੱਚ ਵੀਜ਼ਾ ਲੱਗਾ ਹੋਇਆ ਸੀ, ਫਿਰ ਮਨ ਨੂੰ ਖੁਸ਼ੀ ਹੋਈ ਕਿ ਹਾਂ ਬਈ ਇੰਨਾ ਮਿਹਨਤ ਕੀਤੀ ਅਤੇ ਚਲੋ ਵੀਜ਼ਾ ਲੱਗ ਗਿਆ। ਅਤੇ ਇਹ ਮੇਰਾ ਸਟੋਰੀ ਦੱਸਣ ਦਾ ਮਕਸਦ ਇਹ ਸੀਗਾ ਕਿ ਕੁਛ ਸ਼ਾਇਦ ਗੱਲਾਂ ਮੈਨੂੰ ਭੁੱਲ ਵੀ ਗਈਆਂ, ਹੋਰ ਵੀ ਕਾਫੀ ਪ੍ਰੋਬਲਮਸ ਵਿੱਚ ਆਈਆਂ ਸੀਗੀਆਂ, ਕਦੀ ਕੋਈ ਪ੍ਰੋਬਲਮ ਕਦੀ ਕੋਈ ਪ੍ਰੋਬਲਮ। ਪਰ ਇਹ ਸੀਗਾ ਕਿ ਮੈਨੂੰ ਸੀਗਾ ਕਿ ਮੇਰਾ ਨਹੀਂ ਹਾਂ ਪੇਪਰ ਵਰਕ ਠੀਕ ਹੈਗਾ, ਮੇਰਾ ਵੀਜ਼ਾ ਲੱਗ ਜਾਣਾ। ਅਤੇ ਮੈਂ ਹੌਸਲਾ ਨਹੀਂ ਛੱਡਿਆ ਇਸ ਚੀਜ਼ ਦਾ ਕਿ ਮੈਂ ਟਰਾਈ ਕਰਦਾ ਰਿਹਾ। ਅਤੇ ਸਿਰਫ ਵੀਡੀਓ ਦਾ ਇਹਦਾ ਸਾਰੀ ਸਟੋਰੀ ਦੱਸਣ ਦਾ ਮਕਸਦ ਇਹੀ ਆ ਕਿ ਪ੍ਰੋਬਲਮਸ ਆਉਂਦੀਆਂ ਆ ਅਤੇ ਉਹਦੇ ਪ੍ਰੋਬਲਮ ਦੇ ਸਲਿਊਸ਼ਨ ਵੀ ਹੁੰਦੇ ਆ, ਅਤੇ ਉਹ ਸਾਨੂੰ ਸਲਿਊਸ਼ਨ ਲੱਭਣੇ ਚਾਹੀਦੇ ਆ, ਅਤੇ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਇਕੱਲਾ ਕੈਨੇਡਾ ਆਉਣ ਦੇ ਵਿੱਚ ਹੀ ਨਹੀਂ, ਉੱਦਾਂ ਵੀ ਲਾਈਫ ਦੇ ਵਿੱਚ ਵੀ ਕੋਈ ਵੀ ਆ ਅਸੀਂ ਕੰਮ ਕਰਦੇ ਹਾਂ, ਮਿਹਨਤ ਕਰਦੇ ਹਾਂ ਅਤੇ ਕੋਈ ਨਾ ਕੋਈ ਅੜਚਣਾਂ ਆਉਂਦੀਆਂ, ਪਰ ਮਿਹਨਤ ਕਰਦੇ ਹਾਂ ਅਤੇ ਸਾਨੂੰ ਉਹਦਾ ਮੁੱਲ ਜ਼ਰੂਰ ਮਿਲਦਾ, ਅਤੇ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਅਤੇ ਅਖੀਰ ਦੇ ਵਿੱਚ ਇੱਕ ਹੋਰ ਇਨਫੋਰਮੇਸ਼ਨ ਸੀਗੀ ਤੁਹਾਨੂੰ ਨਾਲ ਸ਼ੇਅਰ ਕਰਨੀ ਕਿ ਹੁਣ ਥੋੜ੍ਹਾ ਚਿਰ ਪਹਿਲਾਂ ਕੈਨੇਡਾ ਨੇ ਜਿਹੜਾ ਆਪਣੇ ਆਉਣ ਵਾਲੇ 3 ਸਾਲ ਦਾ ਕੋਟਾ ਜਾਰੀ ਕੀਤਾ ਹੈਗਾ ਆ ਕਿ ਕਿੰਨੇ ਇਮੀਗ੍ਰੈਂਟ ਸੱਦਣੇ ਆ ਪੂਰੀ ਦੁਨੀਆ ਤੋਂ। ਉਹ ਇਹਨੀ ਕੋਟਾ ਇਸ਼ੂ ਕੀਤਾ ਹੈਗਾ ਆ 12 ਲੱਖ ਦਾ। ਆਉਣ ਵਾਲੇ 3 ਸਾਲਾਂ ਦੇ ਵਿੱਚ 12 ਲੱਖ ਇਮੀਗ੍ਰੈਂਟ ਆਉਣਗੇ। ਅਤੇ ਆ ਥੋੜ੍ਹੇ ਦਿਨ ਪਹਿਲਾਂ ਮੈਂ ਰੇਡੀਓ 'ਤੇ ਜਿਹੜਾ ਇੱਥੇ ਦਾ ਇਮੀਗ੍ਰੇਸ਼ਨ ਮਿਨਿਸਟਰ ਆ ਉਹਦੀ ਮੈਂ ਇੰਟਰਵਿਊ ਸੀ ਦੇਖੀ, ਮੈਂ ਸੁਣੀ ਇੱਥੇ ਰੇਡੀਓ ਦੇ ਉੱਤੇ। ਜਿਹੜਾ ਆਪਣੇ ਰੇਡੀਓ ਵਾਲਾ ਹੋਸਟ ਸੀਗਾ ਉਹਨੇ ਕੁਐਸਚਨ ਕੀਤਾ ਕਿ ਸਰ ਜਿੱਦਾਂ ਹੁਣ ਆਪਣੇ ਕਰੋਨਾ ਦੀ ਪ੍ਰੋਬਲਮ ਚੱਲ ਰਹੀ ਆ ਅਤੇ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਲੋਕਾਂ ਦੀਆਂ ਜੋਬ ਚਲੀਆਂ ਗਈਆਂ, ਅਤੇ ਵੀ ਤੁਸੀਂ ਜਿਹੜਾ ਇਹ ਪਲਾਨ ਬਣਾਇਆ ਹੈਗਾ ਆ ਕਿ ਇਹਨੂੰ ਤੁਸੀਂ ਘੱਟ ਵੱਧ ਕਰੋਗੇ ਕਿ ਲੋਕਾਂ ਨੂੰ ਇੱਥੇ ਜੋਬ ਨਹੀਂ ਮਿਲਣੀ ਹੈ ਜਾਂ ਕੀ ਹੋਊਗਾ, ਇੰਨੇ ਲੋਕਾਂ ਨੂੰ ਐਡਜਸਟ ਤੁਸੀਂ ਇੱਥੇ ਕਿੱਦਾਂ ਕਰੋਗੇ। ਅਤੇ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਸੀਗਾ ਉਹਦਾ ਆਨਸਰ ਇਹ ਸੀਗਾ ਕਿ ਜਿਹੜਾ ਕੈਨੇਡਾ ਆ ਇਹ ਇਮੀਗ੍ਰਾਂਟਸ ਤੋਂ ਬਿਨਾਂ ਨਹੀਂ ਚੱਲ ਸਕਦਾ, ਅਤੇ ਇਹ ਕੰਟਰੀ ਇਮੀਗ੍ਰਾਂਟਸ ਦੇ ਸਿਰ 'ਤੇ ਹੀ ਜ਼ਿਆਦਾਤਰ ਚੱਲਦੀ ਆ, ਡਿਪੈਂਡੇਬਲ ਹੈਗੀ ਆ। ਅਤੇ ਜਿਹੜਾ ਇਹ ਕੋਟਾ ਜਾਰੀ ਕੀਤਾ ਆ ਇਹ ਇਹੋ ਹੀ ਰਹੂਗਾ, ਅਤੇ ਇਹ ਅਸੀਂ ਟਾਰਗੇਟ ਆਪਣਾ ਪੂਰਾ ਆਉਣ ਵਾਲੇ 3 ਸਾਲਾਂ ਦੇ ਵਿੱਚ ਕਰਨਾ ਹੈਗਾ। ਕਹਿਣ ਦਾ ਮਤਲਬ ਇਹ ਆ ਕਿ ਜੇ ਕੋਈ ਆਉਣਾ ਚਾਹੁੰਦਾ ਹੈਗਾ ਇੱਥੇ, ਠੀਕ ਆ ਜੀ, ਅਤੇ ਇਹ ਨਹੀਂ ਹੈਗਾ ਕਿ ਪਤਾ ਨਹੀਂ ਗੱਲ ਬਣਨੀ ਨਹੀਂ ਬਣਨੀ, ਚਲੋ ਉਹ ਤਾਂ ਲੱਗ ਗਿਆ ਤੁਹਾਡਾ ਆਪਣਾ ਹਰੇਕ ਦਾ ਐਕਸਪੀਰੀਅੰਸ ਹੈਗਾ ਆ ਅਤੇ ਕਿੱਦਾਂ ਹੈਗਾ ਕਿਹੜੇ ਫੀਲਡ ਦੇ ਵਿੱਚ ਹੈਗਾ। ਇਹ ਹੈ ਕਿ ਤੁਸੀਂ ਟਰਾਈ ਕਰ ਸਕਦੇ ਹੋ, ਅਤੇ ਕੋਟਾ ਜਿਹੜਾ ਗੌਰਮੈਂਟ ਨੇ ਕੱਢਿਆ ਹੈਗਾ ਉਹਦੇ ਮੁਤਾਬਕ ਉਹਨੇ ਆਪਣਾ ਕੋਟਾ ਪੂਰਾ ਕਰਨਾ ਹੈਗਾ ਆ। ਅਤੇ ਬਾਕੀ ਬੈਸਟ ਵਿਸ਼ਸ, ਕੋਈ ਆਉਣਾ ਚਾਹੁੰਦਾ ਅਤੇ ਮੋਸਟ ਵੈਲਕਮ। ਅਤੇ ਅਖੀਰ ਦੇ ਵਿੱਚ ਇਹੀ ਕਹਾਂਗਾ ਕਿ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।